Hello students, in this lecture we are going to study some important functions। ਇਹ ਵਾਲਾ ਲੈਕਚਰ ਕਲਾਸ 11 ਦੇ ਸਟੂਡੈਂਟਸ ਦੇ ਲਈ ਕਾਫੀ ਇੰਪੋਰਟੈਂਟ ਰਹੇਗਾ। तो ਤੁਸੀਂ ਪਹਿਲਾਂ ਪੜ੍ਹ ਚੁੱਕੇ ਹੋ ਕਿ ਰੀਅਲ ਵੈਲਿਊਡ ਫੰਕਸ਼ਨ ਕੀ ਹੁੰਦਾ ਹੈ। ਇਟ ਇਜ਼ ਨਥਿੰਗ ਬਟ ਏ ਰੂਲ ਜਿਹੜਾ ਆਪਣੇ ਕੋਲ ਰੀਅਲ ਨੰਬਰ ਨੂੰ ਈਚ ਰੀਅਲ ਨੰਬਰ ਨੂੰ ਇੱਕ ਯੂਨੀਕ ਰੀਅਲ ਨੰਬਰ ਦੇ ਨਾਲ ਐਸੋਸੀਏਟ ਕਰਦਾ ਹੈ। ਜਿਸ ਤਰ੍ਹਾਂ ਤੁਸੀਂ ਕੋਈ ਵੀ ਰੂਲ ਲਿਖ ਸਕਦੇ ਹੋ, फॉर एग्जाम्पल fx इज इक्वल टू 2x लिख लिया ਜਾਂ ਕੋਈ x ਸਕੁਅਰ ਲਿਖ ਲਿਆ। ਇਸ ਤਰ੍ਹਾਂ ਦੇ ਅਗਰ ਰੂਲ ਆਪਾਂ ਡਿਫਾਈਨ ਕਰਾਂਗੇ ਤਾਂ ਲੇਕਿਨ ਇਹਦੇ ਵਿੱਚ ਜਿਹੜੀ ਡੈਫੀਨੇਸ਼ਨ ਹੈ ਜਸਟੀਫਾਈ ਹੋਣੀ ਚਾਹੀਦੀ ਹੈ। ਇੱਕ ਤਾਂ ਹਰੇਕ ਜਿਹੜਾ ਵੀ ਆਪਣੇ ਕੋਲ ਈਚ ਪੋਸੀਬਲ ਰੀਅਲ ਨੰਬਰ ਨੂੰ ਕਿਸੇ ਯੂਨੀਕ ਰੀਅਲ ਨੰਬਰ ਨਾਲ ਐਸੋਸੀਏਟ ਕਰਦਾ ਹੋਵੇ। ਜਿਸ ਤਰ੍ਹਾਂ ਤੁਸੀਂ ਇਹ ਦੇਖ ਸਕਦੇ ਹੋ ਇਸ ਡਾਇਗਰਾਮ ਦੇ ਵਿੱਚ ਆਪਣੇ ਕੋਲ ਇੱਕ ਫੰਕਸ਼ਨ ਇੱਕ ਮਸ਼ੀਨ ਦੀ ਤਰ੍ਹਾਂ ਜਿਹਦੇ ਵਿੱਚ x ਤੁਸੀਂ ਇਨਪੁਟ ਕਰਵਾ ਰਹੇ ਹੋ ਤੇ ਤੁਹਾਡੇ ਕੋਲ y ਆਊਟਪੁੱਟ ਆ ਰਹੀ ਹੈ। ਤਾਂ ਆਪਣੇ ਕੋਲ ਡੋਮੇਨ ਕੀ ਹੁੰਦੀ ਹੈ? ਡੋਮੇਨ ਇਜ਼ ਦਾ ਸੈਟ ਆਫ ਆਲ ਰੀਅਲ ਵੈਲਿਊਜ਼ ਫॉर ਵਿਚ ਦਾ ਫੰਕਸ਼ਨ ਇਜ਼ ਡਿਫਾਈਨਡ। ਜਿਹਦੇ ਵਾਸਤੇ ਜਿਹੜਾ ਫੰਕਸ਼ਨ ਹੈ ਉਹ ਡਿਫਾਈਨਡ ਹੋਏਗਾ। ਤੇ ਰੇਂਜ ਕੀ ਹੁੰਦੀ ਹੈ? ਰੇਂਜ ਇਜ਼ ਦਾ ਸੈਟ ਆਫ ਆਲ ਇਮੇजेस ਆਫ ਅ ਫੰਕਸ਼ਨ। ਇਹ ਤੁਸੀਂ ਲਾਸਟ ਲੈਕਚਰ ਦੇ ਵਿੱਚ ਪਹਿਲਾਂ ਪੜ੍ਹ ਚੁੱਕੇ ਹੋ। ਬਾਕੀ ਇਹਦੇ ਨਾਲ ਦੇ ਆਪਾਂ ਅੱਗੇ ਕੁਐਸਚਨ ਕਰਾਂਗੇ, ਤੁਹਾਨੂੰ ਹੋਰ ਵੀ ਕਲੈਰਿਟੀ ਹੋ ਜਾਏਗੀ। ਸੋ ਨੈਕਸਟ ਆਪਣੇ ਕੋਲ ਹੈਗਾ ਵੀ ਗ੍ਰਾਫ ਆਫ ਅ ਫੰਕਸ਼ਨ ਕੀ ਹੁੰਦਾ ਹੈ। ਜਿਹੜਾ ਗ੍ਰਾਫ ਹੁੰਦਾ ਹੈ ਨਾ, ਦਿਸ ਇਜ਼ ਦਾ ਸੈਟ ਆਫ ਆਲ ਆਰਡਰਡ ਪੇਅਰ। ਇਹ ਵਾਲਾ ਆਪਣਾ x ਕੋਆਰਡੀਨੇਟ ਬਣ ਜਾਏਗਾ, ਇਹ ਵਾਲਾ ਆਪਣੇ ਕੋਲ y ਕੋਆਰਡੀਨੇਟ ਬਣ ਜਾਏਗਾ। y ਇਜ਼ ਇਕੁਅਲ ਟੂ ਆਪਾਂ ਹਮੇਸ਼ਾ fx ਹੀ ਲਿਖਦੇ ਹਾਂ। ਸੋ ਦਿਸ ਇਜ਼ ਦਾ ਸੈਟ ਗ੍ਰਾਫ। ਵਟ ਇਜ਼ ਅ ਗ੍ਰਾਫ? ਦਿਸ ਇਜ਼ ਦਾ ਸੈਟ ਆਫ ਆਲ ਆਰਡਰਡ ਪੇਅਰਸ fx ਵੇਅਰ x ਇਜ਼ ਐਲੀਮੈਂਟ ਆਫ ਡੋਮੇਨ। ਇਹਨੂੰ ਆਪਾਂ ਹੁਣ ਐਗਜ਼ਾਮਪਲਸ ਨਾਲ ਸਮਝਦੇ ਹਾਂ। ਜਿਸ ਤਰ੍ਹਾਂ ਆਪਣੇ ਕੋਲ ਫਸਟ ਫੰਕਸ਼ਨ ਹੈ ਡੈਟ ਇਜ਼ ਕੌਂਸਟੈਂਟ ਫੰਕਸ਼ਨ। ਕੌਂਸਟੈਂਟ ਫੰਕਸ਼ਨ ਕਿਹੜਾ ਹੁੰਦਾ ਹੈ? ਜਿਵੇਂ ਇਹਦੇ ਨੇਮ ਤੋਂ ਹੀ ਕਲੀਅਰ ਹੈ, ਅਗਰ ਇੱਥੇ ਆਪਣੇ ਕੋਲ ਕੋਈ ਵੀ ਸੈੱਟ ਸਪੋਜ਼ ਕਰ ਲਓ ਤੁਹਾਡੇ ਕੋਲ ਗਿਵਨ ਹੈਗਾ ਹੈ ਤੇ ਇੱਧਰ ਆਪਣੇ ਕੋਲ ਕੋਈ ਕੋਡ ਮੇਨ ਹੈਗੀ ਹੈ, ਤੁਸੀਂ ਡੋਮੇਨ ਦੇ ਕੋਈ ਵੀ ਐਲੀਮੈਂਟ ਲਿਖ ਲਓ। ਇੱਥੇ ਕੁਛ ਇੱਕ ਐਲੀਮੈਂਟਸ ਹੈਗੇ ਨੇ, ਅਗਰ ਇਹ ਸਾਰੇ ਐਲੀਮੈਂਟਸ ਆਪਣੇ ਕੋਲ ਇੱਕੋ ਹੀ ਐਲੀਮੈਂਟ ਨਾਲ ਐਸੋਸੀਏਟ ਹੋ ਰਹੇ ਨੇ ਬਾਈ ਸਮ ਰੂਲ, ਤਾਂ ਆਪਾਂ ਕਹਿ ਸਕਦੇ ਹਾਂ ਜਿਹੜਾ ਇਹ ਫੰਕਸ਼ਨ ਹੋਏਗਾ ਡੈਟ ਇਜ਼ ਏ ਕੌਂਸਟੈਂਟ ਫੰਕਸ਼ਨ। ਇਸ ਤਰ੍ਹਾਂ ਦੇ ਫੰਕਸ਼ਨ ਨੂੰ ਕੌਂਸਟੈਂਟ ਫੰਕਸ਼ਨ ਕਹਿੰਦੇ ਆ। ਸਪੋਜ਼ ਕਰ ਲਓ ਆਪਾਂ ਕੋਈ ਫੰਕਸ਼ਨ ਦੀ ਡੈਫੀਨੇਸ਼ਨ ਲੈ ਲਈ fx ਇਜ਼ ਇਕੁਅਲ ਟੂ 4, ਤੇ ਇੱਥੇ ਵਾਲਾ ਐਲੀਮੈਂਟ ਮੰਨ ਲਓ 4 ਹੈ। ਇੱਥੇ ਕੁਝ ਵੀ ਐਲੀਮੈਂਟ ਤੁਸੀਂ ਲਿਖ ਲਏ 1 2, ਕੋਈ ਰੀਅਲ ਨੰਬਰ ਵੀ ਲਿਖ ਸਕਦੇ ਹੋ, ਕੋਈ ਮਰਜ਼ੀ ਇੱਥੇ ਨੰਬਰਸ ਲਿਖ ਲਏ ਇਸ ਤਰ੍ਹਾਂ ਦੇ। ਤਾਂ ਜਿੰਨੇ ਵੀ ਨੰਬਰਸ ਹੋਣਗੇ A ਸੈੱਟ ਦੇ ਵਿੱਚ, ਠੀਕ ਹੈ, ਉੱਥੇ ਉਹਨਾਂ ਨੂੰ ਅਗਰ ਆਪਣੇ ਕੋਲ ਕਿਸੇ ਇੱਕ ਨੰਬਰ ਨਾਲ ਐਸੋਸੀਏਟ ਕਰ ਰਿਹਾ ਦੈਨ ਇਟ ਇਜ਼ ਨੋਨ ਐਜ਼ ਏ ਕੌਂਸਟੈਂਟ ਫੰਕਸ਼ਨ। ਇਹ 'ਚ ਹੋਰ ਵੀ ਕਾਫੀ ਸਾਰੇ ਐਲੀਮੈਂਟ ਹੋ ਸਕਦੇ ਨੇ ਕੋਡ ਮੇਨ ਦੇ ਵਿੱਚ, ਲੇਕਿਨ ਜਿਹੜਾ ਆਪਣੇ ਕੋਲ ਇਹ ਫੰਕਸ਼ਨ ਹੈ ਦਿਸ ਐਸੋਸੀਏਟਸ ਈਚ ਐਲੀਮੈਂਟ ਆਫ ਦਾ ਡੋਮੇਨ ਆਫ ਏ ਸੈਟ A ਟੂ ਏ ਯੂਨੀਕ ਐਲੀਮੈਂਟ ਆਫ B। ਤੇ ਇੱਥੇ A ਕਿੰਨਾ ਹੋ ਜਾਏਗਾ? ਇਹ ਆਪਣੇ ਕੋਲ ਡੋਮੇਨ ਕੀ ਹੋਏਗੀ ਇਸ ਫੰਕਸ਼ਨ ਦੀ, ਕਿਉਂਕਿ ਇਹ ਫੰਕਸ਼ਨ ਕੋਈ ਵੀ ਤੁਸੀਂ ਨੰਬਰ ਭਰ ਸਕਦੇ ਹੋ। ਤਾਂ ਇਸ ਕਰਕੇ ਡੋਮੇਨ ਜਿਹੜੀ ਹੋਏਗੀ ਇਟ ਵਿਲ ਬੀ ਸੈਟ ਆਫ ਰੀਅਲ ਨੰਬਰਸ। ਜਿਸ ਤਰ੍ਹਾਂ ਇਹ ਗ੍ਰਾਫ ਤੁਸੀਂ ਦੇਖ ਸਕਦੇ ਹੋ, ਅਗਰ ਇਹਦਾ ਗ੍ਰਾਫ ਬਣਾਉਣਾ ਹੁੰਦਾ ਜਿਵੇਂ ਆਪਾਂ 10th ਕਲਾਸ ਦੇ ਵਿੱਚ ਬਣਾਉਂਦੇ ਆ, ਇੱਕ ਟੇਬਲ ਬਣਾ ਲੈਂਦੇ ਆ ਗ੍ਰਾਫ ਬਣਾਉਣ ਵਾਸਤੇ। ਤਾਂ ਉਸ ਦੇ ਵਿੱਚ ਆਪਾਂ ਕੀ ਕਰਦੇ ਆ, ਇੱਥੇ x ਲਿਖ ਲਿਆ, ਇੱਥੇ y ਲਿਖਦੇ ਹੁੰਦੇ ਸੀ, ਹੁਣ y ਇਜ਼ ਇਕੁਅਲ ਟੂ fx। ਇੱਥੇ ਸਪੋਜ਼ ਕਰ ਲਓ ਤੁਹਾਨੂੰ x1 ਪੁੱਟ ਕਰ ਲਿਆ, ਅਗਰ ਤੁਸੀਂ f1 ਪੁੱਟ ਕਰੋਗੇ ਤਾਂ 1 ਦੀ ਇਮੇਜ ਕਿੰਨੀ ਆਏਗੀ? 4, ਇਮੇਜ ਉਨੀ ਆ ਗਈ। ਅਗਰ ਤੁਸੀਂ 2 ਪੁੱਟ ਕਰੋਗੇ ਤਾਂ ਵੀ ਇਮੇਜ 4 ਆਏਗੀ। ਇਸੇ ਤਰ੍ਹਾਂ ਅਗਰ 0 ਪੁੱਟ ਕਰੋਗੇ ਤਾਂ ਵੀ ਇਮੇਜ 4 ਆਏਗੀ, -1 ਪੁੱਟ ਕਰੋਗੇ ਤਾਂ ਵੀ ਇਮੇਜ 4 ਆਏਗੀ। ਤਾਂ ਕੋਈ ਵੀ ਨੰਬਰ ਭਰੋਗੇ ਤੇ ਇਮੇਜ ਤੁਹਾਡੇ ਕੋਲ 4 ਹੀ ਆ ਰਹੀ ਹੈ। ਇਟ ਮੀਨਸ 1 ਤੇ ਵੀ ਦੇਖੋ ਇਹ ਵਾਲਾ ਪੁਆਇੰਟ ਬਣ ਗਿਆ, 2 ਤੇ ਵੀ 4 ਆਏ ਵਾਲੇ ਪੁਆਇੰਟਸ ਬਣ ਰਹੇ ਨੇ ਤੁਹਾਡੇ ਕੋਲ। ਤਾਂ ਪੁਆਇੰਟਸ ਕਿਹੜੇ ਬਣ ਰਹੇ ਨੇ? 1 4 2 4, ਇਸ ਤਰ੍ਹਾਂ ਦੇ ਪੁਆਇੰਟਸ ਨੇ। ਤਾਂ ਜਿੰਨੇ ਵੀ ਤੁਸੀਂ ਇਸ ਤਰ੍ਹਾਂ ਸਾਰੇ ਪੁਆਇੰਟਸ ਨੂੰ ਅਗਰ ਤੁਸੀਂ ਜੁਆਇਨ ਕਰੋਗੇ then you will get this line which is of course parallel to x axis। ਇਹ x axis ਦੇ ਪੈਰਲ ਲਾਈਨ ਆ ਰਹੀ ਹੈ। ਤਾਂ constant function ਦਾ ਜਿਹੜਾ ਗ੍ਰਾਫ ਹੁੰਦਾ ਹੈ it is a line which is parallel to x axis। so this is the graph of a constant function। ਉਸ ਤੋਂ ਬਾਅਦ ਰੇਂਜ ਜਿਹੜੀ ਹੁੰਦੀ ਹੈ, ਦੇਖੋ ਆਨਸਰ ਜਿਹੜੇ ਆ ਰਹੇ ਨੇ ਸਾਰੇ ਹੀ 4 ਆ ਰਹੇ ਨੇ ਤੁਹਾਡੇ ਕੋਲ। ਆਨਸਰ ਜਿਹੜੇ ਹੈਗੇ ਨੇ ਸੈਟ ਆਫ ਇਮੇजेस ਕਹਿ ਸਕਦੇ ਹੋ। ਇਮੇजेस ਕਿੰਨੀ ਆ ਰਹੀ ਨੇ? 4। ਤਾਂ ਇੱਥੇ ਇਸ ਫੰਕਸ਼ਨ ਦਾ ਜਿਹੜਾ ਰੇਂਜ ਆਏਗਾ ਕਿੰਨਾ ਆਏਗਾ? ਇਟ ਵਿਲ ਬੀ ਇਕੁਅਲ ਟੂ
ਕਰਲੀ ਬ੍ਰੈਕਟ ਦੇ ਵਿੱਚ 4 ਲਿਖ ਦਿੰਦੇ ਆ ਕਿਉਂਕਿ ਸਿੰਗਲਟਨ ਸੈੱਟ ਹੀ ਹੈ। ਸਿਮਿਲਰਲੀ ਜ਼ੀਰੋ ਫੰਕਸ਼ਨ ਦੇ ਵਿੱਚ ਕੋਈ ਖਾਸ ਗੱਲ ਨਹੀਂ ਹੈਗੀ। ਅਗਰ ਤੁਸੀਂ ਕਨਸਟੈਂਟ ਦੀ ਜਗ੍ਹਾ ਤੇ ਸੀ ਦੀ ਜਗ੍ਹਾ ਤੇ ਜ਼ੀਰੋ ਲਿਖ ਲਓਗੇ ਤਾਂ ਇਹਨੂੰ ਆਪਾਂ ਜ਼ੀਰੋ ਫੰਕਸ਼ਨ ਕਹਿਣ ਲੱਗ ਗਏ ਨੇ। ਇਹਦੇ ਵਿੱਚ ਜਿੰਨੇ ਵੀ ਤੁਹਾਡੇ ਕੋਲ ਡੋਮੇਨ ਤੁਸੀਂ ਰੀਅਲ ਨੰਬਰ ਪੁੱਟ ਕਰੋਗੇ ਉਹਦੀ ਇਮੇਜ ਤੁਹਾਡੇ ਕੋਲ ਜ਼ੀਰੋ ਬਣ ਰਹੀ ਹੈ। ਸੋ ਦਿਸ ਇਜ਼ ਏ ਜ਼ੀਰੋ ਫੰਕਸ਼ਨ। ਇਸ ਦੀ ਡੋਮੇਨ ਰੀਅਲ ਨੰਬਰਸ ਹੁੰਦੀ ਹੈ ਤੇ ਇਹਦੀ ਰੇਂਜ ਜਿਹੜੀ ਹੁੰਦੀ ਹੈ ਸਿੰਗਲਟਨ ਸੈੱਟ। ਅਗਰ ਇਹਦਾ ਤੁਸੀਂ ਗ੍ਰਾਫ ਡਰਾਅ ਕਰਕੇ ਦੇਖੋਗੇ ਇਟ ਵਿਲ ਬੀ ਨਥਿੰਗ ਬਟ एक्स एक्सिस। तो ਇਹਦਾ ਗ੍ਰਾਫ ਜਿਹੜਾ ਹੈਗਾ ਉਹ एक्स एक्सिस ਹੀ ਬਣੇਗਾ। दिस वन ਨੈਕਸਟ ਚੱਲਦੇ ਹਾਂ। ਇਸ ਤੋਂ ਨੈਕਸਟ ਆਪਣੇ ਕੋਲ ਫੰਕਸ਼ਨ ਜਿਹੜਾ ਆਪਾਂ ਨੇ ਕੋਲ ਅੱਜ ਪੜ੍ਹਨਾ ਹੈਗਾ ਡੈਟ ਇਜ਼ ਏ ਆਇਡੈਂਟੀਟੀ ਫੰਕਸ਼ਨ। ਆਇਡੈਂਟੀਟੀ ਫੰਕਸ਼ਨ ਡੈਫੀਨੇਸ਼ਨ ਕੀ ਹੈ? ए फंक्शन f डिफाइंड बाय fx इज इक्वल टू x। मीन ਤੁਸੀਂ ਅਗਰ ਇਹਦੇ ਵਿੱਚ ਇੱਥੇ ਕੋਈ ਵੀ ਨੰਬਰ ਪੁੱਟ ਅਪ ਕਰ ਰਹੇ ਹੋ, ਸਪੋਜ਼ ਕਰ ਲਓ ਇੱਥੇ ਆਪਣੇ ਕੋਲੇ ਡੋਮੇਨ ਹੈ ਇਸ ਦੀ, ਇੱਥੇ ਆਪਣੇ ਕੋਲ ਇਹ ਸੈੱਟ ਕੋਈ ਕੋਡ ਮੇਨ ਲੈ ਲਿਆ ਤਾਂ ਇਹਦੇ ਵਿੱਚ ਆਪਣੇ ਕੋਲ ਜੋ ਵੀ ਨੰਬਰ ਤੁਸੀਂ ਭਰੋਗੇ ਸੇਮ ਐਲੀਮੈਂਟ ਨਾਲ ਇਹ ਐਸੋਸੀਏਟ ਹੋਈ ਜਾ ਰਿਹਾ ਤੇ ਇਹ ਡੈਫੀਨੇਸ਼ਨ ਹੈ ਇਸ ਦੀ। ਅਗਰ ਤੁਸੀਂ 1 ਪੁੱਟ ਕੀਤਾ ਤਾਂ 1 ਆ ਗਿਆ, 2 ਪੁੱਟ ਕੀਤਾ ਤਾਂ 2 ਆ ਗਿਆ, ਠੀਕ ਹੈ। ਜਿਸ ਤਰ੍ਹਾਂ ਆਪਾਂ ਇਹਦੇ ਵਿੱਚ ਅਗਰ 1 ਪੁੱਟ ਕਰਾਂਗੇ 1 ਆ ਗਿਆ, 2 ਪੁੱਟ ਕਰੋਗੇ 2 ਆ ਗਿਆ। ਮੀਨਸ ਇਸ ਤਰ੍ਹਾਂ ਦੇ ਆਪਣੇ ਕੋਲ ਪੇਜ ਬਣ ਰਹੇ ਨੇ। ਤਾਂ ਆਪਾਂ ਇਹਦਾ ਗ੍ਰਾਫ ਡਰਾਅ ਕਰਨ ਵਾਸਤੇ ਆਪਣੇ ਕੋਲ, ਠੀਕ ਹੈ, ਤਾਂ ਇਸ ਤਰ੍ਹਾਂ ਦੇ ਪੇਜ ਦੀ ਲੋੜ ਪਏਗੀ। ਤਾਂ ਇਹਨਾਂ ਨੂੰ ਅਗਰ ਤੁਸੀਂ ਜੁਆਇਨ ਕਰ ਦੋਗੇ, ਜਿਵੇਂ ਇਹ ਵਾਲਾ ਐਲੀਮੈਂਟ ਹੈਗਾ 1 1, ਇਹ ਗ੍ਰਾਫ ਤੋਂ ਤੁਸੀਂ ਦੇਖ ਸਕਦੇ ਹੋ, ਇਹ ਵਾਲਾ ਐਲੀਮੈਂਟ ਹੈਗਾ 2 2, ਦਿਸ ਐਲੀਮੈਂਟ ਇਜ਼ 3 3 ਤੇ ਹੋਰ ਵੀ ਕਾਫੀ ਸਾਰੇ ਤੁਸੀਂ ਐਲੀਮੈਂਟਸ ਲੈ ਸਕਦੇ ਹੋ। ਅਗਰ ਇਹਨਾਂ ਨੂੰ ਆਪਸ ਦੇ ਵਿੱਚ ਤੁਸੀਂ ਮਿਲਾ ਦੋਗੇ then you will get a identity function। ਆਇਡੈਂਟੀਟੀ ਫੰਕਸ਼ਨ ਦਾ ਗ੍ਰਾਫ ਆ ਗਿਆ। ਇਹ ਇੱਕ ਤਰ੍ਹਾਂ ਦੀ ਇੱਕ ਸਟੇਟ ਲਾਈਨ ਹੈ ਆਪਣੇ ਕੋਲ ਜਿਹੜੀ ਪਾਸ ਕਰ ਰਹੀ ਹੈ ਆਪਣੇ ਕੋਲ ਓਰੀਜਨ ਦੇ ਵਿੱਚੋਂ। ਦਿਸ ਵਨ ਨੈਕਸਟ ਜਿਹੜਾ ਆਪਾਂ ਪੜ੍ਹਨਾ ਹੈ, ਇਹਦਾ ਡੋਮੇਨ ਰੀਅਲ ਨੰਬਰ ਹੋ ਗਿਆ ਤੇ ਰੇਂਜ ਵੀ ਰੀਅਲ ਨੰਬਰ ਹੋ ਗਿਆ ਬਿਕੋਜ਼ ਇਟ ਇਜ਼ ਡਿਫਾਈਨਡ ਫॉर ऑल ਰੀਅਲ ਨੰਬਰਸ ਤੇ ਇਮੇजेस ਸੇਮ ਆ ਰਹੀਆਂ ਨੇ ਡੋਮੇਨ ਦੀ ਤਰ੍ਹਾਂ। ਤਾਂ ਰੀਅਲ ਆਪਣੇ ਕੋਲ ਡੋਮੇਨ ਤੇ ਰੇਂਜਸ ਦੀਆਂ ਸੈੱਟ ਆਫ ਰੀਅਲ ਨੰਬਰ ਹੋ ਗਿਆ। ਨੈਕਸਟ ਹੈਗਾ ਰੈਸੀਪ੍ਰੋਕਲ ਫੰਕਸ਼ਨ। ਰੈਸੀਪ੍ਰੋਕਲ ਫੰਕਸ਼ਨ ਕੀ ਹੁੰਦਾ ਹੈ? ਬਾਈ ਨੇਮ ਹੀ ਕਲੀਅਰ ਹੈ। ਅਗਰ ਕਿਸ ਫੰਕਸ਼ਨ ਇਸ ਤਰ੍ਹਾਂ ਦਾ ਹੋਵੇ ਲਾਈਕ 1/x, ਠੀਕ ਹੈ, ਤਾਂ ਇਹਦੇ ਵਿੱਚ ਸਪੋਜ਼ ਕਰ ਲਓ ਸਾਨੂੰ 1 ਪੁੱਟ ਕਰ ਲਿਆ ਤਾਂ ਆਨਸਰ 1/1 1 ਹੀ ਆ ਗਿਆ। ਅਗਰ ਸਪੋਜ਼ ਕਰ ਲਓ 2 ਪੁੱਟ ਕਰ ਲਿਆ 1/2 ਆ ਗਿਆ, 3 ਪੁੱਟ ਕਰ ਲਿਆ ਤਾਂ 1/3 ਆ ਗਿਆ। ਇਸ ਤਰ੍ਹਾਂ ਦੀਆਂ ਇਹਦੀਆਂ ਇਮੇजेस ਆਉਣਗੀਆਂ। ਜਾਂ ਫਿਰ ਤੁਸੀਂ -2 ਪੁੱਟ ਕਰ ਲਿਆ ਤਾਂ -1/2 ਆ ਗਿਆ। ਇਸ ਤਰ੍ਹਾਂ ਦੀਆਂ ਇਹਦੀਆਂ ਇਮੇजेस ਆਪਣੇ ਕੋਲ ਆ ਰਹੀਆਂ ਨੇ। ਤਾਂ ਹੁਣ ਇਹਦੇ ਵਿੱਚ ਦੇਖਣਾ ਇਹ ਫੰਕਸ਼ਨ ਜਿਹੜਾ ਹੈਗਾ ਇਹਦੀ ਡੋਮੇਨ ਫਾਈਂਡ ਕਰਨੀ ਹੈ ਸਪੋਜ਼ ਉਹਨੇ। ਤਾਂ ਡੋਮੇਨ ਵਾਸਤੇ ਇਸ ਨੂੰ ਕਲੀਅਰ ਹੋਣਾ ਚਾਹੀਦਾ ਹੈ ਕਿ ਇਹ ਫੰਕਸ਼ਨ ਕਦੋਂ ਡਿਫਾਈਨ ਨਹੀਂ ਹੋਏਗਾ ਅਗਰ x = 0 ਹੋ ਜੇ। ਤਾਂ at x = 0 this function is not defined। ਸੋ ਇਹਦਾ ਡੋਮੇਨ ਕਿੰਨਾ ਹੋਏਗਾ? ਸੈਟ ਆਫ all ਰੀਅਲ ਨੰਬਰ ਐਕਸੈਪਟ 0। 0 ਤੁਹਾਨੂੰ ਛੱਡਣਾ ਪਏਗਾ ਬਿਕੋਜ਼ ਦਿਸ ਫੰਕਸ਼ਨ ਇਜ਼ ਨੋਟ ਡਿਫਾਈਨਡ ਐਟ x = 0। ਸੈਕੰਡਲੀ ਅਗਰ ਇਹਦੀ ਰੇਂਜ ਚੈੱਕ ਕਰੋਗੇ, ਰੇਂਜ ਵੀ ਆਪਣੇ ਕੋਲ ਤੁਹਾਨੂੰ ਪਹਿਲਾਂ ਲਾਸਟ ਲੈਕਚਰ ਦੇ ਵਿੱਚ ਆਪਾਂ ਪੜ੍ਹ ਚੁੱਕੇ ਹਾਂ ਵੀ ਰੇਂਜ ਕਿਵੇਂ ਫਾਈਂਡ ਕਰਦੇ ਹੋ। ਲੈਟ y = fx ਤਾਂ y = 1/x ਆ ਗਿਆ। ਦੈਨ ਯੂ ਹੈਵ ਟੂ ਸੋਲਵ x ਇਨ ਟਰਮਸ ਆਫ y। ਹੁਣ ਤੁਸੀਂ ਚੈੱਕ ਕਰਨਾ ਵੀ x ਵੀ ਇੱਕ ਰੀਅਲ ਨੰਬਰ ਹੀ ਬਣੇ। ਉਹਦੇ ਵਾਸਤੇ ਜਿਹੜਾ y ਹੈ 0 ਨਹੀਂ ਬਣਨਾ ਚਾਹੀਦਾ। ਸੋ ਆਪਾਂ y ਫਾਈਂਡ ਕਰਨਾ ਹੁੰਦਾ ਤਾਂ ਆਪਣੇ ਕੋਲ y ਜਿਹੜਾ ਹੈਗਾ ਇਟ ਇਜ਼ ਏ ਰੀਅਲ ਨੰਬਰ ਬਟ ਨੋਟ ਇਕੁਅਲ ਟੂ 0। ਇਸ ਤਰ੍ਹਾਂ ਆਪਾਂ ਇਹਦੀ ਰੇਂਜ ਫਾਈਂਡ ਕਰ ਸਕਦੇ ਹਾਂ। ਹੁਣ ਇਹਦਾ ਗ੍ਰਾਫ ਤੁਸੀਂ ਚੈੱਕ ਕਰ ਸਕਦੇ ਹੋ। ਜਿਹੜਾ ਇਹ ਵਾਲਾ ਪੁਆਇੰਟ ਹੈਗਾ 1 1 ਹੈ। ਦਿਸ ਪੁਆਇੰਟ ਇਜ਼ x ਕਿੰਨਾ ਹੋ ਗਿਆ? ਇੱਥੇ ਆਪਣੇ ਕੋਲ ਹਾਫ ਹੋ ਗਿਆ ਤੇ y ਆਪਣੇ ਕੋਲ 2 ਹੋ ਗਿਆ। ਜਿਹੜਾ ਇਹ ਵਾਲਾ ਪੁਆਇੰਟ ਹੈਗਾ ਇੱਥੇ x 2 ਹੈ ਤੇ y ਜਿਹੜਾ ਹੈਗਾ ਹਾਫ ਆ ਗਿਆ। ਜਿਹੜੇ ਦਿਸ ਵਨ ਪੁਆਇੰਟ 3 1.3। ਸਿਮਿਲਰਲੀ ਇਹ ਵਾਲਾ ਜਿਹੜਾ ਪੁਆਇੰਟ ਆ -1 -1, ਠੀਕ ਹੈ। ਜਿਹੜਾ ਇਹ ਵਾਲਾ ਪੁਆਇੰਟ ਆਏਗਾ ਇੱਧਰ ਆਪਣੇ ਕੋਲ -2 ਹੈ ਤੇ x ਹੈਗਾ -1/2। ਤਾਂ ਇਸ ਤਰ੍ਹਾਂ ਇਹਨਾਂ ਪੁਆਇੰਟਸ ਨੂੰ ਜੋ ਅਗਰ ਆਪਾਂ ਆਪਸ ਵਿੱਚ ਮਿਲਾਵਾਂਗੇ ਤਾਂ ਆਪਣੇ ਕੋਲ ਰੈਸੀਪ੍ਰੋਕਲ ਫੰਕਸ਼ਨ ਦਾ ਗ੍ਰਾਫ ਆ ਗਿਆ। ਤੇ ਧਿਆਨ ਨਾਲ ਦੇਖੋ 0 ਨੂੰ ਇਹ ਟੱਚ ਨਹੀਂ ਕਰ ਰਿਹਾ, 0 ਦੇ ਕੋਈ ਵੈਲਿਊ ਨਹੀਂ ਮਿਲ ਰਹੀ ਆਪਣੇ ਕੋਲ, ਠੀਕ ਹੈ। ਅਗਰ x = 0 ਤੁਸੀਂ ਪੁੱਟ ਕਰੋਗੇ ਤਾਂ ਤੁਹਾਡੇ ਕੋਲ ਕੋਈ ਵੀ ਵੈਲਿਊ ਨਹੀਂ ਮਿਲ ਰਹੀ ਬਿਕੋਜ਼ ਦਿਸ ਫੰਕਸ਼ਨ ਇਜ਼ ਨੋਟ ਡਿਫਾਈਨਡ ਐਟ x = 0। ਨੈਕਸਟ ਆ ਗਿਆ ਮੋਡੂਲਸ ਫੰਕਸ਼ਨ। ਇਹ ਫੰਕਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਫੰਕਸ਼ਨ ਹੈ ਤੁਹਾਡੇ ਲਈ। ਇਸ ਦੇ ਵਿੱਚ ਕੀ ਡਿਫਾਈਨਡ ਹੈ? ਇਹ ਫੰਕਸ਼ਨ f डिफाइंड बाय fx = मॉडुलस ऑफ x, ठीक है।
ਇਹ ਤੁਸੀਂ ਪਹਿਲਾਂ ਵੀ ਪੜ੍ਹ ਚੁੱਕੇ ਹੋ ਮੋਡੂਲਸ ਆਫ ਐਕਸ ਦਾ ਸਿੰਬਲ ਛੋਟੀ ਕਲਾਸ ਦੇ ਵਿੱਚ। ਲੇਕਿਨ ਹੁਣ ਇਹਦੀ ਆਪਾਂ ਡੈਫੀਨੇਸ਼ਨ ਦੇਖਦੇ ਹਾਂ। ਦੇਖੋ ਆਪਾਂ ਅਗਰ F1 ਪੁੱਟ ਕਰਾਂਗੇ ਤਾਂ ਇਹਦੇ ਵਿੱਚ ਡੈਫੀਨੇਸ਼ਨ ਦੇ ਅਕੋਰਡਿੰਗ ਟੂ ਚੱਲਾਂਗੇ। ਇਹਦਾ ਮੀਨਿੰਗ ਕਿ ਡਬਲ ਡੈਫੀਨੇਸ਼ਨ ਲਿਖੀ ਹੋਈ ਹੈ। ਅਗਰ ਤਾਂ ਦੇਖੋ x ਤੁਸੀਂ ਇੱਥੇ ਪਲੱਸ ਵਾਲਾ ਪੁੱਟ ਕਰ ਰਹੇ ਹੋ, ਮੀਨਸ ਗ੍ਰੇਟਰ ਨॉन ਐਕਟਿਵ ਪੁੱਟ ਕਰ ਰਹੇ ਹੋ, ਕੋਈ 1 2 1/2 1/3 ਇਸ ਤਰ੍ਹਾਂ ਦਾ ਨੰਬਰ ਪੁੱਟ ਕਰ ਰਹੇ ਹੋ ਤਾਂ ਸੇਮ ਆਨਸਰ ਮਿਲ ਰਿਹਾ ਹੈ ਇਸ ਤਰ੍ਹਾਂ ਦਾ। ਅਗਰ ਤੁਸੀਂ ਪੁੱਟ ਕਰੋਗੇ ਕੋਈ ਮਾਈਨਸ ਵਾਲਾ x, ਠੀਕ ਹੈ, ਦੈਨ ਯੂ ਵਿਲ ਗੈਟ fx -x। ਇੱਥੇ ਆਪਾਂ ਲਿਖ ਕੇ ਦੇਖ ਲੈਂਦੇ ਹਾਂ। ਜਿਵੇਂ f1 1 ਆਏਗਾ, f1/2 ਪੁੱਟ ਕਰੋਗੇ ਇਟ ਵਿਲ ਬੀ ਇਕੁਅਲ ਟੂ 1/2। ਅਗਰ ਤੁਸੀਂ f-1 ਪੁੱਟ ਕਰੋਗੇ ਤਾਂ ਆਪਣੇ ਕੋਲ ਮਾਈਨਸ ਇੱਕ ਪਹਿਲਾਂ ਹੀ ਹੈਗਾ x ਆ ਗਿਆ, ਇੱਥੇ 1 ਆ ਗਿਆ। ਅਗਰ ਸਪੋਜ਼ ਕਰ ਲਓ ਤੁਸੀਂ f-2 ਫਾਈਂਡ ਕਰ ਰਹੇ ਹੋ ਤਾਂ ਇੱਕ ਮਾਈਨਸ ਡੈਫੀਨੇਸ਼ਨ ਦੇ ਅਕੋਰਡਿੰਗ 2 ਆ ਗਿਆ ਤਾਂ ਦਿਸ ਬਿਕਮਸ 2। तो ये ਜਿਹੜੇ ਆਨਸਰ ਸਾਰੇ ਆਣਗੇ, ਇਮੇजेस ਸਾਰੀਆਂ ਬਣਨਗੀਆਂ ਉਹ ਹਮੇਸ਼ਾ ਆਪਣੇ ਕੋਲ ਨॉन ਨੈਗੇਟਿਵ ਬਣਨਗੀਆਂ। 0 ਜਾਂ 0 ਤੋਂ ਬੜੇ ਆਨਸਰ ਆਣਗੇ, ਇਹਦਾ ਕੋਈ ਵੀ ਇਮੇਜ ਨੈਗੇਟਿਵ ਨਹੀਂ ਬਣ ਸਕਦਾ। ਅਗਰ ਆਪਾਂ ਇਹਦੀ ਡੋਮੇਨ ਦੀ ਗੱਲ ਕਰੀਏ ਤਾਂ ਇਹਦਾ ਜਿਹੜਾ ਡੋਮੇਨ ਹੁੰਦਾ ਇਟ ਇਜ਼ ਸੈਟ ਆਫ ਆਲ ਰੀਅਲ ਨੰਬਰਸ। ਇਹ ਕੋਈ ਵੀ ਰੀਅਲ ਨੰਬਰ ਤੁਸੀਂ ਪੁੱਟ ਕਰ ਸਕਦੇ ਹੋ, ਤੁਹਾਡੇ ਕੋਲ ਕੋਈ ਨਾ ਕੋਈ ਆਨਸਰ ਜ਼ਰੂਰ ਮਿਲੇਗਾ, ਕੋਈ ਨਾ ਕੋਈ ਇਮੇਜ ਜ਼ਰੂਰ ਮਿਲ ਜਾਏਗਾ। ਲੇਕਿਨ ਜਿਹੜਾ ਰੇਂਜ ਹੈ, ਕਿਉਂਕਿ ਜਿਹੜਾ ਮੋਡੂਲਸ ਆਫ x ਆਪਣੇ ਕੋਲ ਆਇਆ ਹੈ इट इज़ ऑलवेज ग्रेटर दैन इक्वल टू 0। मीन जो फंक्शन हैगा इट इज़ ग्रेटर दैन इक्वल टू 0। तो अपने को रेंज की हुंदा सीगा, रेंज जो तुसीं पढ़िया सीगा इट इज़ नथिंग बट fx, x इज़ एलीमेंट ऑफ डोमेन। तो अपने को किस तरह दे इहदे विच हुण इहदी नेचर किस तरह दी है, दीज आर ग्रेटर दैन इक्वल टू 0। तो अपने किस तरह के एलीमेंट्स आएंगे 0 तो लैके इनफिनिटी तक 0 विच इनक्लूड करना है। तो हम इनू अगर आप ग्राफ बनाइए, देखो ये वाला जो पॉइंट है 1 1, ठीक है, 1 ते इमेज 1 आई है, 2 ते इमेज 2 आएगी, ठीक है, इसी तरह 3 ते इमेज 3 आ जाएगी। लेकिन जो तुम x इजिकल टू -1 भरोगे तो इमेज 1 आएगी, x इजिकल टू -2 भरोगे तो इमेज 2 आएगी, इस तरह का। सो एक वी शेप ग्राफ बन गया ਇਹਦਾ। ये वाला जो पॉइंट है x इजिकल टू 0, अगर 0 पुट करोगे तो 0 आ जाएगा, ठीक है। तो तुसी x इजिकल टू 0 भरिया 0 आ गया, 1 भरिया 1 आ गया। तो अगर इन्होंने सारे पॉइंट्स जो आप लै ली इन्होंने आपस में मिला दोगे तो अपने को एक वी शेप ग्राफ बन गया। इट इज़ द ग्राफ ऑफ ए मॉडुलस फंक्शन। उस तो बाद तुसी एक रिजल्ट जा रखना है दिस वन। देखो एक्स ये अगर आप देखना हो, जस्टिफाई करना हो, अगर तुसी -1 का स्केयर भरोगे तो भी तुहाडे कोल आंसर 1 आएगा। अगर तुसी 1 का स्केयर अपने कोल भरोगे तो भी अपने को आंसर 1 आ रहा है, ठीक है। तो इत्थे अपने को हुण जे तुसीं इत्थे लगाता मतलब फॉर्मूला कोई लिखना हो तो इत्थे एक्स माइनस भी हो सकता, प्लस का भी हो सकता है। तो इस करके इनू आपां मॉडुलस ऑफ एक्स के बराबर हुंदा है, क्योंकि एक्स स्केयर जिहड़ा हुंदा है अपने को अगर स्केयर रूट लोगे प्लस माइनस एक्स आपां लिख सकते हैं। एक्स पॉजिटिव लिखो या माइनस लिखो तो आंसर अपने को मॉडुलस ऑफ एक्स मिलेगा। नैक्सट है ग्रेटेस्ट इंटीजर फंक्शन। ये काफ़ी इंपॉर्टेंट फंक्शन है भी। ये डेफिनेशन की होंगी है, पहला तेनों जो लिखा जाता है ना ये स्केयर ब्रैकेट के विच लिखा जाता है। ये ध्यान रखना है, इत्थे एक्स जिहड़ा हैगा इनू आपां स्केयर ब्रैकेट के विच लिखते हैं। मॉडुलस फंक्शन आपां जिहड़ा पिछला पढ़िया सी उहदे विच उहनूं बार्स दे विच लिखा हुआ सीगा। इसदी डेफिनेशन समझने वास्ते तुहानूं सिंपल देखो, अगर तुहानूं कोई पूछ ले भी 2.2 की वैल्यू कढ़नी है तो तुसीं याद रखना है इहदा वैल्यू की होएगा। तुसी एक यह जिहा इंटीजर फाइंड करना है, मतलब रियल लाइन है ना, तो अपने को इत्थे 0 1 2 3 तुसी 2.2 पुट किया। तुसी देखना है रियल नंबर ते लैफ्ट हैंड साइड ते केड़ा इंटीजर है, बिल्कुल नाल लगवा लैफ्ट हैंड साइड ते केड़े वाला इंटीजर है उही इहदा आंसर मिलेगा। तो अपने को केड़ा इंटीजर मिल रहा है, दिस इज 2, तो आंसर 2 आएगा। अगर कोई सोडे तो पूछेगा भी 2.3 की वैल्यू कितनी होएगी, ये भी 2 होएगी। अगर कोई पूछ ले 1.3 की वैल्यू कितनी होएगी, ये 1 होएगी। देखो 1.3 इत्थे आ जाएगा, लैफ्ट हैंड साइड ते इंटीजर केड़ा आ गया, दिस वन। सो सोने की करना होंदा है, एक इंटीजर फाइंड करना है विच इज लैस दैन इक्वल टू एक्स। ग्रेटेस्ट इंटीजर फाइंड करना है विच इज लैस दैन इक्वल टू एक्स। ये आपां इस तरह ही रूल होएगा। तो 2 की वैल्यू कितनी होएगी, अगर कोई 2 ते रियल नंबर ते पूछ ले तो 2 की वैल्यू 2 होएगी, क्योंकि इत्थे इक्वल टू भी नाल है ना। अगर कोई पूछ ले थोड़े को
0.1 ਦੀ ਵੈਲਿਊ ਕਿੰਨੀ ਹੋਏਗੀ? ਦੇਖੋ ਇੱਥੇ ਆਪਣੇ ਕੋਲ -0.1 ਤੁਸੀਂ 0 ਦੇ ਲੈਫਟ ਹੈਂਡ ਸਾਈਡ ਤੇ ਚਲੇ ਗਏ ਤਾਂ ਉਹਦਾ ਆਨਸਰ ਜਿਹੜਾ ਆਏਗਾ ਉਹ -1 ਆਏਗਾ। तो ਇਹਦਾ ਮਤਲਬ ਕੀ ਹੋਇਆ ਤੁਹਾਡੇ ਕੋਲ? ਅਗਰ ਆਪਾਂ ਇਹਦਾ ਟੇਬਲ ਬਣਾਉਣ ਦੀ ਕੋਸ਼ਿਸ਼ ਕਰੀਏ, ਕੁਛ ਇੱਕ ਪੁਆਇੰਟ ਜਿਵੇਂ ਆਪਾਂ ਬਣਾਣੇ ਹੋਣ, ਵੈਸੇ ਦੇਖੋ ਡੈਫੀਨੇਸ਼ਨ ਦੇ ਵਿੱਚ ਉੱਪਰ ਲਿਖਿਆ ਹੈ -1 ਤੋਂ ਲੈ ਕੇ 2 ਤੱਕ ਜਿੰਨੇ ਵੀ ਪੁਆਇੰਟ ਤੁਸੀਂ ਪੁੱਟ ਕਰੋਗੇ ਤੁਹਾਡੇ ਕੋਲ ਜਿਹੜਾ ਆਨਸਰ ਆਏਗਾ ਉਹ -1 ਆਏਗਾ। ਕੋਈ ਮਰਜ਼ੀ ਭਰ ਕੇ ਦੇਖ ਲਓ। 0 ਤੋਂ ਲੈ ਕੇ 1 ਦੇ ਵਿੱਚ ਕੋਈ ਵੀ ਨੰਬਰ ਤੁਸੀਂ ਰੀਅਲ ਨੰਬਰ ਭਰੋਗੇ ਤਾਂ ਆਨਸਰ ਤੁਹਾਡੇ ਕੋਲ ਹਮੇਸ਼ਾ 0 ਆਏਗਾ। ਲਾਈਕ ਜਿਵੇਂ 0.5 ਹੈ, ਇਹਦਾ ਵੈਲਿਊ ਕਿੰਨਾ ਆਏਗਾ? 0। ਇਹ x ਹੈ, ਦਿਸ ਇਜ਼ fx। ਸਿਮਿਲਰਲੀ ਅੱਗੇ ਤੁਸੀਂ ਦੇਖ ਸਕਦੇ ਹੋ ਡੈਫੀਨੇਸ਼ਨ ਦੇ ਵਿੱਚ ਵੀ ਇਹ ਚੀਜ਼ ਕਲੀਅਰ ਕੀਤੀ ਹੋਈ ਹੈ। ਦਿਸ ਇਜ਼ ਦਾ ਡੈਫੀਨੇਸ਼ਨ। x 1 ਜਾਂ 1 ਤੋਂ ਲੈ ਕੇ 2 ਦੇ ਵਿੱਚ ਹੋਵੇ ਤਾਂ ਉਹਦਾ ਨੰਬਰ ਆਨਸਰ ਹਮੇਸ਼ਾ 1 ਆਏਗਾ। ਹੁਣ ਅਗਰ ਇਹਦੀ ਆਪਾਂ ਡੋਮੇਨ ਦੀ ਗੱਲ ਕਰੀਏ, ਠੀਕ ਹੈ, ਇੱਥੇ ਆਪਾਂ ਇੱਕ ਹੋਰ ਵੀ ਲਿਖ ਸਕਦੇ ਹਾਂ ਵੀ ਡੈਫੀਨੇਸ਼ਨ ਉੱਪਰ ਵੀ ਹੋਰ ਵੀ ਚੱਲ ਰਹੀ ਹੈ। ਇਹ ਡੈਸ਼ ਦਾ ਜਿਹੜਾ ਆਪਣੇ ਕੋਲ 3 ਡੋਟ ਲਾਏ ਹੋਏ ਨੇ, ਇਸਦਾ ਮਤਲਬ ਹੈ ਡੈਫੀਨੇਸ਼ਨ ਉੱਪਰ ਵੀ ਚੱਲ ਰਹੀ ਹੈ ਤੇ ਡੈਫੀਨੇਸ਼ਨ ਜਿਹੜੀ ਹੈਗੀ ਹੈ ਨੀਚੇ ਵੱਲ ਨੂੰ ਵੀ ਹੋਰ ਚੱਲ ਰਹੀ ਹੈ। ਇਹ ਨਹੀਂ ਹੈਗਾ ਵੀ ਤੁਸੀਂ ਇੱਥੇ ਡੈਫੀਨੇਸ਼ਨ ਇਹਦੀ ਖਤਮ ਹੋ ਚੁੱਕੀ ਹੈ। तो ਇਹਦਾ ਡੋਮੇਨ ਕੀ ਹੈ? ਇਟ ਇਜ਼ ਦ ਸੈਟ ਆਫ ਰੀਅਲ ਨੰਬਰ। ਸਾਰੇ ਰੀਅਲ ਨੰਬਰ ਵਾਸਤੇ ਡਿਫਾਈਨਡ ਹੈ ਇਹ। ਕੋਈ ਮਰਜ਼ੀ ਤੁਸੀਂ ਨੰਬਰ ਭਰੋਗੇ ਤੁਹਾਡੇ ਕੋਲ ਕੋਈ ਨਾ ਕੋਈ ਇਮੇਜ ਜ਼ਰੂਰ ਮਿਲੇਗਾ। ਤੇ ਇਮੇजेस ਕਿਸ ਤਰ੍ਹਾਂ ਦੀ ਆ ਰਹੀਆਂ ਨੇ ਚੈੱਕ ਕਰ ਸਕਦੇ ਹੋ। ਜਿਹੜੇ ਇਮੇजेस ਨੇ -2 -1 0 1 2 3 4 ਇਹ ਸਾਰੇ ਆਪਣੇ ਕੋਲ ਇੰਟੀਜਰਸ ਨੇ, ਇਸ ਕਰਕੇ Z ਲਿਖਿਆ। Z ਕੀ ਆਪਣੇ ਕੋਲ? ਸੈਟ ਆਫ ਇੰਟੀਜਰਸ, ਦਿਸ ਵਨ। ਹੁਣ ਨੈਕਸਟ ਹੈਗਾ ਇਹਦਾ ਗ੍ਰਾਫ। ਦੇਖੋ ਗ੍ਰਾਫ ਦੇ ਵਿੱਚ ਕਲੀਅਰ ਹੈ ਜਦੋਂ ਆਪਾਂ x 0 ਭਰਾਂਗੇ, ਇਹ ਖਾਲੀ ਸਰਕਲ ਦਾ ਮਤਲਬ ਹੈ ਇਹਦੇ ਵਿੱਚ 1 ਇੰਕਲੂਡ ਨਹੀਂ ਕੀਤਾ ਹੋਇਆ, ਠੀਕ ਹੈ। 0 ਤੋਂ ਲੈ ਕੇ 1 ਤੱਕ ਇਹਦਾ ਇਮੇਜ ਕਿੰਨਾ ਸੀ? 0। ਜਦੋਂ ਤੁਸੀਂ x 1 ਤੇ ਪਹੁੰਚੇ ਇਹਨੇ ਨਾਲ ਦੀ ਨਾਲ ਜੰਪ ਮਾਰ ਜਾਣਾ ਇੱਥੇ, ਠੀਕ ਹੈ। ਤੇ ਇੱਥੇ ਇਮੇਜ ਕਿੰਨੀ ਆ ਗਈ? 1 ਤੇ ਇੱਥੇ ਆਪਾਂ 1 ਤੋਂ ਲੈ ਕੇ, ਜਦੋਂ ਆਪਾਂ 1 ਤੋਂ ਲੈ ਕੇ 2 ਤੱਕ ਚੱਲਾਂਗੇ ਤਾਂ ਆਨਸਰ ਹਮੇਸ਼ਾ 1 ਹੀ ਰਹੇਗਾ। ਜਿਵੇਂ 1.5 ਭਰ ਕੇ ਦੇਖ ਲਓ ਤਾਂ ਇਹ ਵਾਲਾ ਜਿਹੜਾ ਪੁਆਇੰਟ ਕਿਹੜਾ ਹੋ ਜਾਏਗਾ? 1.5 1। ਇਸ ਤਰ੍ਹਾਂ ਦੇ ਪੁਆਇੰਟਸ ਨੇ। ਇਹ ਵਾਲਾ ਪੁਆਇੰਟ ਕਿਹੜਾ ਹੈ? 1 1। ਇਹ ਵਾਲਾ ਜਿਹੜਾ ਪੁਆਇੰਟ ਹੈ ਇਹਦੇ ਵਿੱਚ ਦੇਖੋ 2, ਜਦੋਂ ਤੁਸੀਂ x 2 ਨੂੰ ਅਪਰੋਚ ਕਰੋਗੇ ਤਾਂ ਨਾਲ ਦੀ ਨਾਲ ਤੁਸੀਂ ਇੱਥੇ ਆ ਜਾਓਗੇ ਤਾਂ 2 ਤੇ 2 ਇੱਥੇ ਆ ਜਾਏਗਾ। ਤਾਂ ਇਹਨਾਂ ਆਪਣੇ ਕੋਲ ਜਿਹੜੇ ਪੁਆਇੰਟਸ ਮਿਲ ਰਹੇ ਨੇ, ਅਗਰ ਇਹਨਾਂ ਨੂੰ ਜੁਆਇਨ ਕਰੋਗੇ ਤਾਂ ਇਸ ਤਰ੍ਹਾਂ ਦਾ ਕੁਝ ਆਪਣੇ ਕੋਲ ਮਿਲ ਜਾਏਗਾ। ਜਦੋਂ x ਇਹ ਵਾਲੇ ਪੋਰਸ਼ਨ ਦਾ ਗ੍ਰਾਫ ਆਪਾਂ ਦੇਖੀਏ 0 ਤੋਂ ਛੋਟੇ, ਠੀਕ ਹੈ, ਇੱਥੇ ਆਪਣੇ ਕੋਲ ਇੱਕ ਪਾਰਟ ਜਿਹੜਾ ਹੈਗਾ ਇੱਥੇ ਮਿਲਣਾ, ਆਈ ਥਿੰਕ ਇੱਥੇ ਲਿਖਣਾ ਸੀਗਾ 0, ਠੀਕ ਹੈ, ਥੋੜੀ ਜਿਹੀ ਇੱਥੇ ਪ੍ਰੋਬਲਮ ਸੀ। ਤਾਂ ਇੱਥੇ ਆਪਣੇ ਕੋਲ ਜਦੋਂ 0 ਲਿਖਿਆ ਹੋਇਆ ਹੈ, ਠੀਕ ਹੈ, 0 ਤੋਂ ਛੋਟੇ ਤੇ -1 ਤੋਂ ਬੜੇ ਨੰਬਰ, ਤਾਂ ਉਹਨਾਂ ਦਾ ਜਿਹੜਾ ਆਨਸਰ ਆਏਗਾ ਉਹ ਹਮੇਸ਼ਾ -1 ਹੀ ਆਏਗਾ। ਇਸ ਕਰਕੇ ਇੱਥੇ ਆਪਣੇ ਕੋਲ ਦੇਖੋ -1 ਤੇ ਸ਼ਿਫਟ ਕਰ ਗਿਆ। 0 ਤੋਂ ਲੈ ਕੇ x ਤੁਸੀਂ ਇੱਧਰ ਨੂੰ ਮੂਵ ਕਰ ਰਹੇ ਹੋ, ਜੋ ਤੁਸੀਂ ਇੱਥੇ -1 ਤੇ ਪਹੁੰਚੋਗੇ ਨਾਲ ਦੀ ਨਾਲ ਸੋਨੇ ਇੱਥੇ -2 ਤੇ ਜੰਪ ਮਾਰ ਜਾਣਾ। ਸੋ ਇਹ ਆਪਣੇ ਕੋਲ ਇਹ ਵਾਲਾ ਗ੍ਰਾਫ ਹੈਗਾ। ਨੈਕਸਟ ਹੈਗਾ ਆਪਣੇ ਕੋਲ ਇਹ ਡੋਮੇਨ ਪੜ੍ਹ ਲਿਆ, ਰੇਂਜ ਪੜ੍ਹ ਲਿਆ। ਇਸ ਗ੍ਰਾਫ ਨੂੰ ਨਾ ਆਪਾਂ ਸਟੈਪ ਫੰਕਸ਼ਨ ਵੀ ਬੋਲਦੇ ਹਾਂ। ਇਸ ਤੋਂ ਨੈਕਸਟ ਫੰਕਸ਼ਨ ਜਿਹੜਾ ਆਪਾਂ ਪੜ੍ਹਨ ਜਾ ਰਹੇ ਹਾਂ ਦੈਟ ਇਜ਼ ਸਿਗਨਮ ਫੰਕਸ਼ਨ। ਸਿਗਨਮ ਫੰਕਸ਼ਨ ਕੀ ਹੁੰਦਾ ਹੈ? ਇਹਦੀ ਡੈਫੀਨੇਸ਼ਨ ਜਿਵੇਂ ਲਿਖੀ ਹੋਈ ਹੈ, ਇਹਨੂੰ ਆਪਾਂ ਲਿਖਦੇ ਹਾਂ fx ਮੋਡੂਲਸ ਆਫ x upon x if x is not equal to 0। ਸੈਕੰਡਲੀ ਇਹ 0 ਹੋਏਗਾ if x is equal to 0। ਹੁਣ ਇਸ ਫੰਕਸ਼ਨ ਦਾ ਕੀ ਮੀਨਿੰਗ ਹੋਏਗਾ? ਦੇਖੋ ਅਗਰ ਤੁਸੀਂ x ਆਪਾਂ ਮੋਡੂਲਸ ਆਫ x ਅੱਜ ਪੜ੍ਹ ਕੇ ਹਟੇ ਹੋ, ਅਗਰ x ਗ੍ਰੇਟਰ ਦੈਨ 0 ਹੈ ਤਾਂ ਇਹਦੀ ਵੈਲਿਊ x ਆ ਜਾਂਦੀ ਹੈ। if x is less than 0 ਤਾਂ ਮੋਡੂਲਸ ਆਫ x ਮਾਈਨਸ x ਦੇ ਬਰਾਬਰ ਹੁੰਦਾ ਹੈ। ਹੁਣ ਇੱਥੇ ਅਗਰ ਆਪਾਂ ਮੋਡੂਲਸ ਆਫ x ਹਟਾਈਏ when x is greater than 0 ਤਾਂ ਕਿੰਨਾ ਆਏਗਾ? fx is equal to x upon x ਆ ਜਾਏਗਾ ਇੱਥੇ when x is greater than 0। ਅਗਰ x less than 0 ਪੁੱਟ ਕਰੋਗੇ, ਠੀਕ ਹੈ, when x is less than 0 ਆਪਾਂ ਇਕੱਠੀ ਲਿਖ ਦਿੰਦੇ ਹਾਂ ਇੱਥੇ, ਤਾਂ ਇੱਥੇ -x upon x ਆ ਗਿਆ। 0 ਤੇ ਕਲੀਅਰ ਕੱਟ ਡਿਫਾਈਨਡ ਹੈ at 0 it is 0 means f of 0 ਤਾਂ 0 ਗਿਵਨ ਹੀ ਹੈਗਾ। ਤੇ ਕਿੰਨਾ ਬਣ ਗਿਆ? this is equal to 1, ਠੀਕ ਹੈ, ਇਹ ਆਪਣੇ ਕੋਲ 1 ਆ ਗਿਆ। if x is less than 0 ਤਾਂ -1 ਆ ਗਿਆ। ਤਾਂ ਇਸ ਦਾ ਮਤਲਬ ਆਪਣੇ ਕੋਲ ਆਨਸਰ ਕਿਸ ਤਰ੍ਹਾਂ ਦੇ ਆ ਰਹੇ ਨੇ? ਇਹਦੇ ਆਨਸਰ ਆ ਗਏ -1 0 1। ਤੁਸੀਂ ਕਿਹੜਾ ਮਰਜ਼ੀ ਨੰਬਰ ਪੁੱਟ ਕਰ ਸਕਦੇ ਹੋ,
जिवें मैंने पुट कर लिया f2.5 तो मेरे को आंसर कितना आएगा, ये 1 आएगा हमेशा। अगर कोई पुट कर ले f-3.5 तो वह आंसर हमेशा -1 ही आएगा। ठीक है, जिन्ने भी माइनस वाले नंबर ने उन्होंने आंसर -1 दे रहा सिग्नम फंक्शन, प्लस वाले नंबर का अपने को 1 आंसर दे रहा है, तो 0 ते 0 दे रहा है। तो यदा डोमेन की हो गया, बिकॉज इट इज डिफाइंड फॉर ऑल रियल नंबर, तो डोमेन यदा रियल नंबर का सैट हो गया। रेंज ਦੇ ਵਿੱਚ सिर्फ 3 एलिमेंट ने, -1 0 1। ਕਰਲੀ ब्रैकेट लग्या ना, इतने कोई राउंड ब्रैकेट या स्केयर ब्रैकेट नहीं लगे जिन्हें इंटरवल वगैरह सोचने लग जाओ, तो सिर्फ करली ब्रैकेट ही लग्या हुआ। तो इत्थे अपने को की है 0 ते वैल्यू कितनी है 0। उस तो बाद ये वाला पॉइंट किहड़ा अपने को जिमें पॉइंट्स लिखे हुए ने अपने को 1 ते 1 लिखा हुआ है, 2 ते 2 लिखा हुआ है। ठीक है, 2 ते भी सॉरी 1 आएगा, 3 ते कितना आएगा वो भी 1 आएगा। तो ये सारे पॉइंट्स मिला ले, 0 इतने खाली डॉट लगाया हुआ, तो मतलब 0 ते वैल्यू अपने को इत्थों देख रहे हो तुसीं, जो डार्क सर्कल है। इसी तरह अपने को ये वाले जो पॉइंट्स ने सारे, ये किहड़ा पॉइंट है -1 ते 1, x -2 पर होंगे तो भी 1 आएगा आंसर, सॉरी -1 आएगा। तो ये वाले जो पॉइंट्स मिला दोगे ये वाली लाइन आ जाएगी। ये इस तरह का ग्राफ अपने को सिग्नम फंक्शन का बन रहा है। नैक्सट है पोलिनोमियल फंक्शन। पोलिनोमियल की डेफिनेशन उन्हें ऑलरेडी पहला छोटी क्लास की भी होंगी है। सो पोलिनोमियल इस तरह की अपने को लिख ली, जिवें n डिग्री की पोलिनोमियल लिख ली, इफ an इज नॉट इक्वल टू 0 तो यदि डिग्री जी होंगी है वो अपने को n बन जाएगी। देखो कदे भी तुहाडे कोल कोई पोलिनोमियल जिवें लिखी हुई है, मैं सिंपल एक 2 डिग्री की पोलिनोमियल लिख ली सपोज कर लो, ये पूरी की पूरी इसमें तो आप टर्म बोलते हैं, टर्म ये 3 टर्म ने, फस्ट दिस इज सैकेंड दिस इज थर्ड। जो ए होंगे कला ए वाला, ठीक है, ए नूं आपां कोफिशिएंट बोलते हैं। तो कई इक्वेशन की होंगे पहला जो कोफिशिएंट एक्स स्केयर का, ये 2 डिग्री की इक्वेशन है, तो सपोज कर लो 3 लिख लिया, 2 लिख लिया, 3 लिख लिया, तो इसनूं मॉर्निंग पोलिनोमियल भी बोल देंगे ने, जिहदे आ वाला जो कोफिशिएंट है एक्स स्केयर का, बड़ी जी सब तो बड़ी टर्म होएगी डिग्री वाली, तो वह कोफिशिएंट अगर 1 हो जाता है मॉर्निंग पोलिनोमियल भी बोल देंगे ने दिस वन। तो अपने को अलग अलग पोलिनोमियल्स आप लै सकते हैं अकॉर्डिंग टू डिग्री। अगर आप एन 2 डिग्री 1 डिग्री, ठीक है, 0 डिग्री ले लोगे तो सिंपली ये अपने को f(x) = a0 बन जाएगा। ठीक है, अगर आप n = सपोज कर लो 0 लिख लिया, तो इनू आप कॉन्स्टेंट पोलिनोमियल आप अज पढ़ चुके हैं। ठीक है, कॉन्स्टेंट फंक्शन भी कह सकते हो। सो एक तो ये वाला अपने को इस तरह के पोलिनोमियल बन सकते हैं, जिमें अपने को होर लिख सकते हो कोई एग्जाम्पल लीनियर पोलिनोमियल की 2x + 3 लिख लिया, इनू आप लीनियर पोलिनोमियल बोलने लग गए हैं। जो f(x) बराबर लिख लिया इनू फंक्शन कह लग जाएंगे। ठीक है, तो उस तो बाद अगर f(x) लिख लिया x² - 5x + 6 एक क्वाड्रेटिक फंक्शन कह लग जाएंगे। पहला आप पोलिनोमियल बोलते थे, अगर इन्हें f(x) के बराबर रख लोगे तो इनू फंक्शन कह लग जाएंगे। ठीक है, किसी पोलिनोमियल 0 के बराबर रखन लग गए हैं, इनू आप इक्वेशन कह लग गए हैं। सो यदि डोमेन जी है बिकॉज इट इज डिफाइंड फॉर ऑल रियल नंबर, सारे वास्ते डिफाइंड होएगी, तो यदि डोमेन है। रेंज डिपेंड करता किस तरह की पोलिनोमियल, अलग अलग अपने को रेंज बारे आप कुछ नहीं कह सकते इस तरह के फंक्शनस की। हुण जिवें तुसीं एक फंक्शन देख सकते हो, यह है f(x) = x² एक फंक्शन लिखा हुआ है, वह ग्राफ बनाया। ठीक है, सारे पोलिनोमियल फंक्शन के आप ग्राफ बनाने पॉसिबल नहीं हो सकते। तो ये x 0 भरिया तो 0 आ गया, x 1 भरिया 1 आ गया। ठीक है, x आप 2 भरिया तो अपने को इतने 4 आ जाएगा। सिमिलरली इधर x -2 भरिया 4 आ गया। तो इस तरह के पॉइंट्स लैके उन्होंने आपस के जो मिलाता तो यह ग्राफ बन गया। ठीक है, तो इस तरह की डोमेन जी हैगी है, इस तरह के फंक्शन की देखो डोमेन तो क्लीयर ही है, इट इज डिफाइंड फॉर ऑल रियल नंबर। इसकी रेंज भी फाइंड की जा सकती है, बिकॉज x² जो होंगे इट इज ऑलवेज > 0। तो रेंज यदी जी मॉडुलस फंक्शन की रेंज सी वही यदी रेंज बन गई। नैक्सट है रैशनल फंक्शन। देखो जो रैशनल फंक्शन होंगे इट इज द कोशेंट ऑफ 2 पोलिनोमियल। उपर नीचे न्यूमरेटर तो डिनोमीनेटर च 2 अपने को पोलिनोमियल्स लिखिया होंदियां ने, तो एक ये कंडीशन होंगी है जो डिनोमीनेटर है शुड नॉट बी इक्वल टू 0। ठीक है, बिकॉज अगर ये 0 बन गया तो अपने को ये फंक्शन डिफाइंड नहीं होएगा। तो उस तो बाद आप कोई भी मान लो यदि एग्जाम्पल लिख लेना, मैं सपोज कर लो मैंने लिख लिया x + 1, तो इतने लिख लिया x² - 5x + 6 लिख लिया।
ਹੁਣ एक रैशनल फंक्शन है, उपर भी पोलिनोमियल न्यूमरेटर ਦੇ ਵਿੱਚ डिनोमिनेटर ਦੇ ਵਿੱਚ भी पोलिनोमियल है। ये फंक्शन कदों डिफाइंड नहीं होएगा ਜਾਂ कदों डिफाइंड होएगा? एफ एक्स इज डिफाइंड ओनली व्हेन डिनोमिनेटर इज नॉट इक्वल टू 0। तो डोमेन भी देखो इस तरह ही फाइंड कर हो। अगर डोमेन कढ़ना हो आप रियल नंबर चों वो वाले एक्स फाइंड करने हैं जिथे एच एक्स वो माइंड एक्स छड़ देने ने जिथे डिनोमिनेटर 0 बन जाए। तो अपने कोल ये किहड़े-किहड़े हो गए, ये फैक्टर कर लोगे तुसी। सो एक्स इज नॉट इक्वल टू 2 3। सो डोमेन किहड़ी होएगी इस तरह के फंक्शन की? इट इज सैट ऑफ रियल नंबर -2 3। कि कोई भी रैशनल फंक्शन हो अपने को डोमेन फाइंड करने का एक ही मैथड है, वह डिनोमिनेटर को 0 के बराबर रख लो, वो पॉइंट्स फाइंड कर लो, उस तो बाद उन्होंने आर दे विचों माइनस कर दो। नैक्सट है अपने को इक्वल फंक्शन किहड़े होंदे ने? देखो दो फंक्शन जो दो फंक्शन तां इक्वल होणगे उह च दो कंडीशन ने। एक तो उन्होंने डोमेन बराबर होनी चाहिए ने, एक सैकेंड है उन्होंने इमेजेस भी बराबर होनी चाहिए ने। ठीक है, इमेजेस भी बराबर होनी चाहिए ने। जिवें इत्थे एक फर्स्ट एग्जाम्पल लिखी है एफ एक्स इज इक्वल टू एक्स। ये कह रहे भी देखो दोनों फंक्शन कहता ये देखो कई बच्चे कहते भी कट गया ये एक्स आ गया, दोनों देखने के इक्वल लगते हैं लेकिन ये इक्वल है नहीं। वाई? ये डोमेन फर्स्ट फंक्शन का हैगा इट इज सैट ऑफ रियल नंबर, सारे वास्ते डिफाइंड है। जो सैकेंड सैट है यह आएगा रियल नंबर माइनस जिथे डिनोमिनेटर 0 होएगा। डिनोमिनेटर कितने 0 होएगा? तो डिनोमिनेटर कितने 0 हो गया? वैन एक्स इज इक्वल टू 0। अगर एक्स 0 हो गया तो मीन एक्स ते 0 वाला पॉइंट आप छड़ देंगे। तो दोनों जो डोमेन है इक्वल नहीं आए। जो डोमेन ही नहीं इक्वल है तो फंक्शन किमें इक्वल होंगे? देयरफॉर एफ इज नॉट इक्वल टू जी। एक सैकेंड एग्जाम्पल लिखी है थोड़े सामने, तो ये कहता दोनों इक्वल ने। वाई? देखो इस केस दे विच डोमेन फर्स्ट तो वही सेम ही है, एक्स आइडेंटिटी फंक्शन ही है, यदा डोमेन आर हो गया। सैकेंड पार्ट है जी एक्स इज इक्वल टू एक्स स्केयर प्लस एक्स अपॉन 1। ठीक है, हुण इस केस दे विच की करांगे? अपने कोले ये बन गया एक्स प्लस 1। ये भी फंक्शन जिहड़े हैगे ने ये भी देखो इक्वल नहीं हो सकता। वाई? आर नॉट इक्वल। ਇਹਦਾ ਕਾਰਨ ਕੀ ਹੋਇਆ? क्योंकि ये की है इतने अपने को डोमेन रेंज कितना आएगा? रेंज आएगा अपने को सैट ऑफ रियल नंबर -1 आपको छड़ना पेगा जिथे का डिनोमिनेटर 0 बनेगा। -1 तो यह डिफाइंड नहीं हैगा। अगर -1 पुट करोगे तो डिनोमिनेटर अपने को 0 बन रहे हैं। तो ये इस तरह का आप क्वेश्चन हैगा। नैक्सट है कि ईवन फंक्शन तो ओड फंक्शन किहड़े होंदे ने? देखो ईवन फंक्शन किहड़ा हुंदा है? ए फंक्शन इज सेट टू बी ईवन इफ एफ माइनस एक्स एक्स इज इक्वल टू एफ ऑफ एक्स। जिस तरह आप कोई भी ईवन डिग्री वाला फंक्शन लिख लें, मैं मान लो लिख लिया एक्स इज इक्वल टू 4 लिख लिया। अगर एक्स की जगह पर -x लिखोगे तो कितना आएगा? -x की पावर 4। देखो सेम बन गया। देयरफॉर एफ माइनस एक्स इज इक्वल टू एफ एक्स। तो इस तरह के फंक्शन जिहड़े हुंदे ने उन्होंने ईवन फंक्शन कहा जाता है। अगर किसी क्वेश्चन के विच एफ माइनस एक्स इज इक्वल टू -f(x) आ गया, इतने ओड है टाइपिंग मिसटेक है, तो वो आप -f(x) बोलते हैं। जिवें एक एग्जाम्पल लिखी है वाली, अगर ये एक्स की जगह पर -x लिखोगे दैन यू विल गेट -x द क्यूब, दिस इज -x क्यूब। तो दिस इज नथिंग बट माइनस ऑफ f(x), देयरफॉर दिस इज एन ओड फंक्शन। पर जरूरी नहीं है भी हरेक फंक्शन ओड या ईवन होएगा। इस तरह के फंक्शन भी है जिहड़े ना तो ईवन होंगे ना ही ओड होंगे ने। जिवें ये एक्स माइनस एक्स की जगह पर -x पुट करके देखो तो कितना बन जाएगा? एक्स स्केयर -x। इनू f(x) के विच लिख नहीं सकते। तो दिस इज नाइदर ईवन नोर ओड। सो दिस इज ऑल अबाउट टूडेज लैक्चर। आई होप कि तुहानूं लैक्चर चंगी तरह समझ आया होएगा। सो थैंक यू।